श्री नानक पद पंकज बंदन पद पंकज बंदना सिमरो अंगद दुख निकंदन। अमरदास गुर हृदय त्यावो हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। गुरु हर गोबिंद शुभ समत प्रकाशक। श्री हर राय नमो कर जोरी नमो कर जोरी। गुरु हर किशन मनाए बहोरी। तेग बहादुर परम कृपाला परम कृपाला। श्री गुरु गोविंद सिंह विसाला। तरों तरा पर पुन पुन सीसा पुन पुन सीसा। बंदों बार बार जगदीशा। जिसमें अमृत ज्ञान है मानक भगत बैराग। श्री गुरु ग्रंथ साहिब उदद बंदों करे अनुराग। एक ओंकारा सतगुरु ते प्रसाद सत होए। वाहेगुरु जी की फतेह विघ्न विनाशन सोए। वाहेगुरु जी की फतेह विघ्न विनाशन सोए। दोहरा कह बाला लालू सुनो कालू को प्रात। जनन जनक नानक नहन तुम ते अवह अगात। जुगो जुग अटल जबर शबर तख्त दे मालिक गुरता गदी ते विराजमान साहिब श्री गुरु ग्रंथ साहिब जी महाराज जी की पावन पवित्र हजूरी अंदर हाजरियां पर है अत सत्कार जुग सत्संगी जनों। बड़े ही वड्डियां भागां वाले हो जो सतगुरु जी की रहमत के सदका रोजाना ही गुरु घर की हाजरियां भर के अपना जीवन सफला करते हो। मेरे तो पहला आप जिया ने गुरु प्यारे पासों सतगुरा जी की अमृतमयी बाणी का कीर्तन श्रवण किया। उपरंत रोजाना की तरह लड़ीवार कथा जो असी पिछले कुछ दिनों तो आरंभ की सी उस लड़ीवार कथा की विचार श्रवण करने के लिए एकत्रित होए हो। आओ विचारां की आरंभता करने तो पहला गुरु कलगीधर पिता जी वालों बख्शी हुई फतेह के नाल सांझ पा लईए जी। दोवें हाथ जोड़ के प्यार और सत्कार नाल फतेह प्रवान करो। आखो जी वाहिगुरु जी का खालसा वाहिगुरु जी की फतेह। जेड़े भी संगत दे जी रोजाना ही हाजरियां भरते ने वो सब जानते ही ने कि पिछले दीवाना दे विच असी की विचारा श्रवण कीतियां सन। असी फिर भी अज दे इतिहास की लड़ी नूं जोड़न दे लई कुछ को पंछी चार कल के दीवाना दे मारांगे तां जो सानू अज की इस इतिहास की लड़ी नूं समझण दे विच
ਸੋਖ ਮਹਿਸੂਸ ਹੋ ਸਕੇ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਸਰਵਣ ਕੀਤਾ ਸੀ ਕਿ ਭਾਈ ਬਾਲਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਭਾਈ ਲਾਲੂ ਜੀ ਦੇ ਗ੍ਰਹਿ ਵਿਖੇ ਜਾਂਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਪੱਤਰੀ ਲੱਭਣ ਦੇ ਲਈ ਰਾਏਪੁਰ ਦੀ ਤਲਵੰਡੀ ਦੇ ਵਿਖੇ ਪਹੁੰਚਦੇ ਨੇ। ਉੱਥੇ ਜਾ ਕੇ ਜੋ ਭਾਈ ਬਾਲਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਭਾਈ ਲਾਲੂ ਜੀ ਦੇ ਵਿਚਕਾਰ ਜੋ ਵਿਚਾਰ ਹੁੰਦੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਉੱਤਰਾਧਿਕਾਰੀ ਕੌਣ ਹੈ, ਇਹ ਸਵਾਲ ਭਾਈ ਲਾਲੂ ਜੀ ਨੇ ਭਾਈ ਬਾਲਾ ਜੀ ਨੂੰ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਉੱਤੇ ਉਹਨਾਂ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਵਿਰਾਜਮਾਨ ਨੇ ਜਾਂ ਕੋਈ ਹੋਰ ਉਸ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਹੈ। ਅਸੀਂ ਕੱਲ ਵੀ ਵਿਚਾਰ ਸਰਵਣ ਕੀਤੇ ਸਨ ਕਿ ਦੁਨਿਆਵੀ ਤੌਰ ਦੇ ਉੱਤੇ ਜੇਕਰ ਕੋਈ ਰਾਜਾ ਤਖਤ ਤੇ ਬੈਠਾ ਹੈ, ਕੋਈ ਸਮੇਂ ਦਾ ਬਾਦਸ਼ਾਹ ਹੈ, ਤਾਂ ਸੁਭਾਵਿਕ ਹੀ ਅਸੀਂ ਸਮਝਦੇ ਹਾਂ ਕਿ ਉਸ ਰਾਜੇ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦਾ ਪੁੱਤਰ ਉਸ ਦੀ ਗੁਰਤਾ ਗੱਦੀ ਦੇ ਉੱਤੇ ਬੈਠੇਗਾ। ਮਾਫੀ ਚਾਹੁੰਦਾ, ਭਾਵ ਉਸ ਦਾ ਪੁੱਤਰ ਉਸ ਤਖਤ ਦੇ ਉੱਤੇ ਬੈਠੇਗਾ। ਪਰ ਗੁਰੂ ਨਾਨਕ ਸਾਹਿਬ ਜੀ ਦਾ ਦਰ ਇਹ ਆਪਣੀ ਸੰਤਾਨ ਦੀ ਬਜਾਏ ਦੁਨਿਆਵੀ ਤੌਰ ਦੇ ਉੱਤੇ ਜਿਹੜੇ ਸੇਵਕ ਨੇ, ਇਹ ਗੁਰਤਾ ਗੱਦੀ ਗੁਣਾ ਦੇ ਆਧਾਰ ਦੇ ਉੱਤੇ ਬਖਸ਼ਿਸ਼ ਕੀਤੀ ਜਾਂਦੀ ਹੈ, ਨਾ ਕਿ ਕਿਸੇ ਨਿੱਜੀ ਸੰਤਾਨ ਨੂੰ। ਗੁਰੂ ਘਰ ਦੇ ਵਿੱਚ ਗੁਰਤਾ ਗੱਦੀ ਕੋਈ ਨਿੱਜੀ ਜਾਇਦਾਦ ਨਹੀਂ ਸੀ ਜਾਂ ਕੋਈ ਨਿੱਜੀ ਤਖਤ ਨਹੀਂ ਸੀ। ਇਹ ਤਖਤ ਉਸ ਅਕਾਲ ਪੁਰਖ ਮਹਾਰਾਜ ਦੇ ਭੇਜੇ ਹੋਏ ਰਹਿਬਰਾਂ ਦਾ, ਉਸ ਅਕਾਲ ਪੁਰਖ ਦਾ ਇਸ ਸਰੀਰਕ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਅਵਤਾਰ ਧਾਰਨ ਤੋਂ ਬਾਅਦ ਇਹ ਤਖਤ ਉਸ ਪ੍ਰਭੂ ਪਰਮਾਤਮਾ ਦਾ ਆਪ ਸੀ। ਉਸ ਪ੍ਰਭੂ ਪਰਮਾਤਮਾ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਾਂ ਬਾਕੀ ਦੇ 9 ਗੁਰੂ ਸਾਹਿਬਾਨਾਂ ਦੇ ਰਾਹੀਂ ਸਾਨੂੰ ਪੜ੍ਹਨ ਨੂੰ, ਸਾਨੂੰ ਸੁਣਨ ਨੂੰ ਮਿਲ ਜਾਂਦੀ ਹੈ। ਤਾਂ ਭਾਈ ਬਾਲਾ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਾ ਜਿਹੜਾ ਉੱਤਰਾਧਿਕਾਰੀ ਹੈ, ਜਿਹੜਾ ਅਗਲਾ ਵਾਰਿਸ ਹੈ, ਸਾਡਾ ਦੂਸਰਾ ਗੁਰੂ ਹੈ, ਉਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ। ਹਾਂ, ਸਮਾਜ ਦੇ ਵਿੱਚ ਆਉਣ ਵਾਲੀ ਦੁਨੀਆ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਨੂੰ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪੁੱਤਰ ਵਜੋਂ ਸਨਮਾਨਿਤ ਕੀਤਾ ਜਾਵੇਗਾ, ਉਹਨਾਂ ਦਾ ਮਾਣ ਸਨਮਾਨ ਰੱਖਿਆ ਜਾਵੇਗਾ, ਉਹਨਾਂ ਨੂੰ ਯਾਦ ਕੀਤਾ ਜਾਵੇਗਾ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਬਾਬਤ ਵੀ ਕੁਝ ਇਤਿਹਾਸ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਆਓ ਅਗਲੇਰੇ ਜੋ ਵਿਚਾਰ ਹੈ ਅੱਜ ਦੇ ਦੀਵਾਨਾਂ ਦੇ ਵਿੱਚ, ਅੱਜ ਦੇ ਇਤਿਹਾਸ ਦੇ ਵਿੱਚ, ਕੱਲ ਤੱਕ ਅਸੀਂ ਸਰਵਣ ਕੀਤਾ ਸੀ ਕਿ ਜਨਮ ਪੱਤਰੀ ਲੱਭਣ ਦੇ ਵਿੱਚ ਭਾਈ ਲਾਲੂ ਜੀ ਆਪ ਵੀ ਭਾਈ ਬਾਲਾ ਜੀ ਦੀ ਮਦਦ ਕਰਦੇ ਨੇ, ਕਿ ਉਹਨਾਂ ਨੂੰ ਬੇਨਤੀ ਵੀ ਕਰਦੇ ਨੇ ਕਿ ਅਸੀਂ ਜਿਹੜੇ ਘਰ ਦੇ ਜ਼ਰੂਰੀ ਕਾਗਜ਼ਾਤ ਨੇ ਨਾ, ਇੱਕ ਥਾਂ ਦੇ ਉੱਤੇ ਇਕੱਠੇ ਕੀਤੇ ਹੋਏ ਨੇ, ਹੋ ਸਕਦਾ ਜਿਸ ਜਨਮ ਪੱਤਰੀ ਦੀ ਗੱਲ ਤੁਸੀਂ ਕਰਦੇ ਹੋ ਤੁਹਾਨੂੰ ਉਹਨਾਂ ਕਾਗਜ਼ਾਂ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ। ਅਗਲੇਰੇ ਜੋ ਅੱਜ ਦੇ ਇਤਿਹਾਸ ਦੇ ਵਿੱਚ, ਅੱਜ ਦੀ ਲੜੀ ਦੇ ਵਿੱਚ, ਜਿਸ ਨੂੰ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਨੇ ਆਪਣੀ ਕਲਮ ਦੇ ਰਾਹੀਂ ਕਲਮਬੰਦ ਕੀਤਾ ਹੈ, ਉਹ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਆਓ ਸਾਰੇ ਰਲ ਮਿਲ ਕੇ ਆਪਣੀ ਰਸਨਾ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹਾਂ। ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੋਹਰਾ ਕਹਿ ਬਾਲਾ ਲਾਲੂ ਸੁਨੋ ਤੂੰ ਕਾਲੂ ਕੋ ਪ੍ਰਾਤ, ਜਨਨ ਜਨਕ ਨਾਨਕ ਨਹਿਨ ਤੁਮ ਤੇ ਅਬੇ ਅਗਾਤ। ਹੁਣ ਇੱਥੇ ਭਾਈ ਬਾਲਾ ਜੀ ਭਾਈ ਲਾਲੂ ਜੀ ਨੂੰ ਆਖਦੇ ਨੇ ਕਿ ਭਾਈ ਲਾਲੂ ਜੀ, ਤੁਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਭਾਵ ਮਹਿਤਾ ਕਲਿਆਣ ਦਾਸ ਜੀ, ਕਾਲੂ ਦਾਸ ਜੀ ਦੇ ਭਰਾ ਹੋ, ਭਾਵ ਉਹਨਾਂ ਦੇ ਭਰਾ ਹੋ, ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀ ਜਨਨ ਭਾਵ ਜਨਮ ਦੇਣ ਵਾਲੀ ਜਨਨੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀ ਜਨਕ ਭਾਵ ਪਿਤਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦੇਣ ਵਾਲੇ ਮਾਤਾ ਪਿਤਾ ਇਸ ਸੰਸਾਰ ਦੇ ਵਿੱਚ ਨਹੀਂ ਹਨ। ਤੁਮ ਤੇ ਅਬੇ ਆਗਾਤ, ਹੁਣ ਉਹਨਾਂ ਦੇ ਘਰ ਦਾ ਜਿਹੜਾ ਸਾਰਾ ਕਾਮ ਕਾਜ ਹੈ ਉਹ ਤੁਸੀਂ ਹੀ ਦੇਖਦੇ ਹੋ, ਤੁਹਾਡੀ ਦੇਖ ਰੇਖ ਦੇ ਹੇਠ ਵਿੱਚ ਹੀ ਸਾਰਾ ਕਾਰਜ ਚੱਲ ਰਿਹਾ। ਇਸ ਲਈ ਹੁਣ ਇਹ ਜਨਮ ਪੱਤਰੀ ਜਿਹੜੀ ਹੈ ਉਹ ਤੁਹਾਡੇ ਪਾਸ ਹੀ ਸਾਨੂੰ ਪ੍ਰਾਪਤ ਹੋਵੇਗੀ।
ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਪਿਤਾ ਤੇ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਤੇ ਬਾਕੀ ਘਰ ਦੇ ਵਿੱਚੋਂ ਸਾਰੇ ਨਾਲੋਂ ਤੁਸੀਂ ਵੱਡੇ ਹੋ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦੇ ਨਾਲ ਸੰਬੰਧਿਤ ਜਿਹੜੀ ਜਨਮ ਪੱਤਰੀ ਹੈ ਉਹ ਸਾਨੂੰ ਤੁਹਾਡੇ ਕੋਲੋਂ ਹੀ ਪ੍ਰਾਪਤ ਹੋਵੇਗੀ। ਚੌਪਈ ਤੁਮ ਬਿਨ ਕੌਣ ਕਰੇ ਹਮ ਕਮ, ਅਬ ਪਤਰੀ ਉਠ ਖੋਜੋ ਧਮ। ਫਿਰ ਭਾਈ ਬਾਲਾ ਜੀ ਭਾਈ ਲਾਲੂ ਜੀ ਦੇ ਅੱਗੇ ਬੇਨਤੀ ਕਰਦੇ ਨੇ ਕਿ ਹੇ ਭਾਈ ਲਾਲੂ ਜੀ, ਤੁਮ ਬਿਨ ਕੌਣ ਕਰੇ ਹਮ ਕੰਮ, ਕਿ ਤੁਹਾਡੇ ਤੋਂ ਬਿਨਾ ਸਾਡਾ ਇਹ ਕਾਰਜ ਕੌਣ ਸਿਰੇ ਚਾੜੇਗਾ। ਸਾਡਾ ਇਹ ਕਾਰਜ ਤੁਹਾਡੇ ਬਿਨਾ ਅਧੂਰਾ ਹੈ। ਭਵ ਪਤਰੀ ਉਠ ਖੋਜੋ ਧਮ। ਇਸ ਲਈ ਛੇਤੀ ਦੇ ਨਾਲ ਉੱਠ ਕੇ ਇਸ ਜਨਮ ਪੱਤਰੀ ਦੀ ਭਾਲ ਕਰੋ। ਬਾਲੇ ਕੇ ਸੁਣ ਗਿਰਾ ਰਸਾਲੂ। ਤੇ ਜਦੋਂ ਭਾਈ ਲਾਲੂ ਜੀ ਨੇ ਨਾ ਭਾਈ ਬਾਲਾ ਜੀ ਦੀ ਰਸਨਾ ਤੋਂ ਇਹ ਬਚਨ ਸਰਵਣ ਕੀਤੇ ਕਿ ਮੇਰੇ ਤੋਂ ਬਿਨਾ ਇਹ ਕਾਰਜ ਅਧੂਰਾ ਹੈ, ਮੇਰੇ ਤੋਂ ਬਿਨਾ ਇਹਨਾਂ ਨੂੰ ਜਨਮ ਪੱਤਰੀ ਲੱਭ ਨਹੀਂ ਸਕਦੀ। ਬਾਲੇ ਕੀ ਸੁਣ ਗਿਰਾ ਰਸਾਲੂ, ਕਾਗਰ ਗ੍ਰਹਿ ਖੋਜਤ ਭਾ ਲਾਲੂ। ਜਦੋਂ ਸਾਰੀ ਵਿਚਾਰ ਸਰਵਣ ਕੀਤੀ ਫਿਰ ਜਿਹੜੇ ਜ਼ਰੂਰੀ ਕਾਗਜ਼ਾਤ ਸਨ, ਜਿਹੜੇ ਭਾਈ ਲਾਲੂ ਜੀ ਨੇ ਆਖੇ ਸਨ ਵੀ ਇੱਕ ਥਾਂ ਦੇ ਉੱਤੇ ਇਕੱਠੇ ਕੀਤੇ ਹੋਏ ਨੇ, ਕਾਗਰ ਗ੍ਰਹਿ ਭਾਵ ਸਾਰੇ ਕਾਗਜ਼ਾਤ ਘਰ ਦੇ ਵਿੱਚ ਖੋਜਤ ਭਾ ਲਾਲੂ। ਭਾਈ ਲਾਲੂ ਜੀ ਫਿਰ ਆਪ ਉਹ ਸਾਰੇ ਕਾਗਜ਼ਾਤ ਦੇਖਣ ਲੱਗ ਪਏ ਕਿ ਕਿਉਂ ਨਾ ਮੈਂ ਵੀ ਇਹਨਾਂ ਦੀ ਮਦਦ ਕਰਾਂ, ਇਹ ਜਨਮ ਪੱਤਰੀ ਖੋਜਣ ਦੇ ਵਿੱਚ ਇਹਨਾਂ ਦੀ ਸਹਾਇਤਾ ਕਰਾਂ। ਖੋਜਤ ਖੋਜਤ ਪੱਤਰੀ ਜਬ ਹੀ, ਦਿਵਸ ਪੰਜਵੇਂ ਪਾਈ ਤਬ ਹੀ। ਕਿ ਪੱਤਰੀ ਨੂੰ ਰੋਜ਼ਾਨਾ ਖੋਜਦੇ ਨੇ, ਪੱਤਰੀ ਨੂੰ ਲੱਭਦਿਆਂ ਉਹਨਾਂ ਨੂੰ 5 ਦਿਨ ਦਾ ਸਮਾਂ ਲੱਗ ਗਿਆ। ਦਿਵਸ ਪੰਜਵੇਂ ਪਾਈ ਤਬ ਹੀ ਭਾਵ 5ਵੇਂ ਦਿਨ ਉਹਨਾਂ ਨੂੰ ਉਹ ਜਨਮ ਪੱਤਰੀ ਮਿਲੀ, ਜਿਸ ਪੱਤਰੀ ਦੀ ਭਾਲ ਦੇ ਲਈ, ਜਿਸ ਪੱਤਰੀ ਦੀ ਪ੍ਰਾਪਤੀ ਦੇ ਲਈ ਖਡੂਰ ਸਾਹਿਬ ਦੀ ਧਰਤੀ ਦੇ ਉੱਤੋਂ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਕਹਿਣ ਦੇ ਉੱਤੇ ਰਾਏ ਭੋਇ ਦੀ ਤਲਵੰਡੀ ਦੇ ਵਿਖੇ ਪਹੁੰਚਦੇ ਨੇ। ਦੀਨੀ ਲਾਲੂ ਨੇ ਕਰਬਲਾ, ਤਾਹੇ ਦਈ ਕਰ ਪੰਨੂ ਲਾਲਾ। ਤੇ ਜਦੋਂ ਜਨਮ ਪੱਤਰੀ ਨਾ ਮਿਲ ਗਈ ਤਾਂ ਭਾਈ ਲਾਲੂ ਜੀ ਨੇ ਉਹ ਜਨਮ ਪੱਤਰੀ ਭਾਈ ਬਾਲਾ ਜੀ ਦੇ ਹੱਥ ਦੇ ਵਿੱਚ ਸੌਂਪ ਦਿੱਤੀ ਕਿ ਲੋ ਭਾਈ ਬਾਲਾ ਜੀ, ਜਿਸ ਕਾਰਜ ਦੇ ਲਈ ਤੁਸੀਂ ਆਏ ਸੀ, ਜਿਸ ਨੂੰ ਤੁਸੀਂ ਆਖਦੇ ਸੀ ਕਿ ਤੁਹਾਡੇ ਲਈ ਬਹੁਤ ਪਰਉਪਕਾਰ ਵਾਲਾ ਕਾਰਜ ਹੈ, ਜਨਮ ਪੱਤਰੀ ਲੱਭਣ ਦੇ ਵਿੱਚ ਸਾਡੀ ਮਦਦ ਕਰੋ, ਸਾਡੀ ਸਹਾਇਤਾ ਕਰੋ, ਉਹ ਜਨਮ ਪੱਤਰੀ ਸਾਨੂੰ ਮਿਲ ਗਈ ਹੈ। ਆ ਜਨਮ ਪੱਤਰੀ ਤੁਸੀਂ ਆਪਣੇ ਹੱਥਾਂ ਦੇ ਵਿੱਚ ਸੰਭੋ। ਤਾਂ ਭਾਈ ਲਾਲੂ ਜੀ ਨੇ ਉਹ ਜਨਮ ਪੱਤਰੀ ਭਾਈ ਬਾਲਾ ਜੀ ਨੂੰ ਫੜਾਉਂਦਿਆਂ ਤਾਹੇ ਦਈ ਕਰ ਪੰਨੂ ਲਾਲਾ। ਤੇ ਜਦੋਂ ਭਾਈ ਬਾਲਾ ਜੀ ਨੇ ਉਹ ਜਨਮ ਪੱਤਰੀ ਪ੍ਰਾਪਤ ਕੀਤੀ ਤੇ ਨਾਲ ਦਾ ਜਿਹੜਾ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਭੇਜਿਆ ਹੋਇਆ ਸਿੱਖ ਸੀ ਲਾਲਾ ਪੰਨੂ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਕਹਿਣ ਦੇ ਉੱਤੇ ਭਾਈ ਬਾਲਾ ਜੀ ਦੇ ਨਾਲ ਲਾਲਾ ਪੰਨੂ ਨਾਂ ਦਾ ਸਿੱਖ ਖਡੂਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਭਾਈ ਬਾਲਾ ਜੀ ਦੇ ਨਾਲ ਰਾਏ ਭੋਇ ਦੀ ਤਲਵੰਡੀ ਵਿਖੇ ਪਹੁੰਚਦਾ ਹੈ। ਉਸ ਨੂੰ ਭਾਈ ਬਾਲਾ ਜੀ ਨੇ ਜਨਮ ਪੱਤਰੀ ਫੜਾ ਦਿੱਤੀ ਕਿ ਲੋ ਲਾਲਾ ਪੰਨੂ ਜੀ, ਇਹ ਤੁਸੀਂ ਸਾਂਭਣੀ ਕਰੋ, ਤੁਸੀਂ ਆਪਣੇ ਕਬਜ਼ੇ ਕੋ ਆਪਣੇ ਕੋਲ ਇਸ ਨੂੰ ਰੱਖੋ। ਚੌਪਈ ਲੈ ਪੰਨੂ ਪੁਨ ਬਚਨੂ ਚਾਦੇ, ਬਾਲੇ ਚਲੀਏ ਸੰਗ ਹਮਾਰੇ। हे रहे गुर और अर्थ अपारा, परम प्रसिद्धे पर उपकारा। ਜਦੋਂ ਭਾਈ ਬਾਲਾ ਜੀ ਨੇ ਲਾਲਾ ਪੰਨੂ ਜੀ ਨੂੰ ਉਹ ਜਨਮ ਪੱਤਰੀ ਫੜਾਈ, ਪੰਨੂ ਜੀ ਨੇ ਜਦੋਂ ਲਾਲਾ ਪੰਨੂ ਜੀ ਨੇ ਉਹ ਪੱਤਰੀ ਸਾਂਭੀ, ਪੱਤਰੀ ਸੰਭਾਲ ਕੇ ਭਾਈ ਬਾਲਾ ਜੀ ਨੂੰ ਬਚਨ ਉਚਾਰੇ, ਬਾਲੇ ਚਲੀਏ ਸੰਗ ਹਮਾਰੇ। ਕਿ ਭਾਈ ਬਾਲਾ ਜੀ, ਤੁਸੀਂ ਹੁਣ ਇਸ ਰਾਏ ਭੋਇ ਦੀ ਤਲਵੰਡੀ ਵਿਖੇ ਨਾ ਰੁਕ ਜਾਏ, ਕਿਉਂਕਿ ਅਸੀਂ ਪਿਛਲੇ ਇਤਿਹਾਸ ਦੇ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਭਾਈ ਬਾਲਾ ਜੀ ਦਾ ਜਿਹੜਾ ਜਨਮ ਨਗਰ ਹੈ, ਜਿੱਥੇ ਭਾਈ ਬਾਲਾ ਜੀ ਰਹਿੰਦੇ ਨੇ, ਉਹ ਰਾਏ ਭੋਇ ਦੀ ਤਲਵੰਡੀ ਹੈ। ਰਾਏ ਭੋਇ ਦੀ ਤਲਵੰਡੀ ਤੋਂ ਹੀ ਜਨਮ ਪੱਤਰੀ ਪ੍ਰਾਪਤ ਕਰਨ ਦੇ ਲਈ ਤੁਰੇ ਸਨ। ਤੇ ਲਾਲਾ ਪੰਨੂ ਜੀ ਭਾਈ ਬਾਲਾ ਜੀ ਨੂੰ ਬੇਨਤੀ ਕਰਦੇ ਨੇ ਕਿ ਤੁਸੀਂ ਸਾਡੀ ਇੰਨੀ ਸਹਾਇਤਾ ਕੀਤੀ, ਮਦਦ ਕੀਤੀ ਜਨਮ ਪੱਤਰੀ ਲੱਭਣ ਦੇ ਵਿੱਚ, ਭਾਈ ਲਾਲੂ ਜੀ ਦਾ ਘਰ ਲੱਭਣ ਦੇ ਵਿੱਚ ਵੀ ਸਾਡੀ ਮਦਦ ਕੀਤੀ ਹੈ, ਇਹ ਸਾਰਾ ਕਾਰਜ ਤੁਸੀਂ ਆਪ ਨੇਪਰੇ ਚਾੜਿਆ ਹੈ। ਹੁਣ ਸਾਡੇ ਨਾਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਚਲੋ, ਤੁਸੀਂ ਹੁਣ ਇੱਥੇ ਨਗਰ ਦੇ ਵਿੱਚ ਹੀ ਨਾ ਰੁਕ ਜਾਇਓ। हे ਰਹੇ ਗੁਰ ਉਰ ਹਰਖਾ ਪਾਰਾ, ਪਰਮ ਪ੍ਰਸਿੱਧੇ ਪਰ ਉਪਕਾਰਾ। ਵਿਸ਼ਾਲ ਹਿਰਦੇ ਵਾਲੇ ਪਰ ਉਪਕਾਰ ਗੁਰੂ ਜੀ, ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤੁਹਾਡੇ ਉੱਤੇ ਬਹੁਤ ਖੁਸ਼ ਹੋਣਗੇ।
क्योंकि उन्हां दी भी इच्छा सी, गुरु अंगद साहिब जी महाराज जी की भी इच्छा सी कि धन गुरु नानक साहिब जी महाराज जी के जीवन बाबत समझिया जाए। कोई प्यारा सिख गुरु नानक साहिब जी महाराज जी के जीवन के इतिहास बारे मैनूं चानना पावे। तो जदों उन्हां दे कोले जन्म पत्री जाएगी तो वो सारा कुछ ये वरतांत देख के जो वो बहुत खुश होणगे, तुहाडे ते बहुत प्रसन्न होणगे। सुन श्रोनन मन मैं अनमानी, बानी पनत सुखन ममसानी। जदों लाला बन्नू जी ने भाई बाला जी नूं बेनती की ना भी तुसीं साडे नाल ही दुबारा तो चलो, भी तुहाडे उत्ते पर उपकार वाले गुरु तुहाडे तो बहुत प्रसन्न होणगे, तुहाडे ते खुश होणगे, तुहानूं बख्शिशां देणगे। तां जदों सारी विचार भाई बाला जी ने अपने कन्नां दे नाल सुनी ना, भाई बाला जी ने भी अनुमान लगा लिया कि मैनूं उस थां दे उत्ते जाना चाहिदा है। बानी भनत सुखन ममसानी, कि मैनूं सुख देण वाले बचन कहे ने, मेरे लिए ये बचन सुखां वाले ने। ਜਿਹੜੇ ਲਾਲਾ ਪੰਨੂ जी ने बचन आखे ना ਵੀ ਤੁਸੀਂ ਸਾਡੇ ਨਾਲ ਚਲੋ, ਤੁਹਾਡੇ ਉੱਤੇ ਬਖਸ਼ਿਸ਼ਾਂ ਹੋਣਗੀਆਂ, ਤੁਹਾਨੂੰ ਸੁੱਖਾਂ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ। ਤਾਂ ਭਾਈ ਬਾਲਾ ਜੀ ਇਹ ਬਚਨ ਸੁਣ ਕੇ ਆਪਣੇ ਮਨ ਦੇ ਵਿੱਚ ਹੀ ਅਨੁਮਾਨ ਲਗਾਈ ਬੈਠੇ ਨੇ ਵੀ ਸੱਚਮੁੱਚ ਮੇਰੇ ਉੱਤੇ ਗੁਰੂ ਬਹੁਤ ਖੁਸ਼ ਹੋਵੇਗਾ, ਗੁਰੂ ਮੇਰੇ ਉੱਤੇ ਕਿਰਪਾ ਕਰੇਗਾ, ਗੁਰੂ ਮੈਨੂੰ ਬਖਸ਼ਿਸ਼ਾਂ ਪ੍ਰਾਪਤ ਕਰੇਗਾ। ਗਵਨੇ ਚੁਗਲ ਸੰਗ ਮੰਗ ਮਾਹੀ, ਬਾਲਾ ਪੁਨ ਪੰਨੂ ਦਿਸ ਤਾਹੀ। ਫਿਰ ਦੋਵੇਂ ਹੀ ਭਾਈ ਬਾਲਾ ਜੀ ਤੇ ਭਾਈ ਲਾਲਾ ਪੰਨੂ ਜੀ ਦੋਵੇਂ ਆਪਸ ਦੇ ਵਿੱਚ ਜਿਸ ਤਰ੍ਹਾਂ ਖਡੂਰ ਸਾਹਿਬ ਦੀ ਧਰਤੀ ਤੋਂ ਜਨਮ ਪੱਤਰੀ ਲੈਣ ਦੇ ਲਈ ਰਾਏ ਭੋਏ ਦੀ ਤਲਵੰਡੀ ਪਹੁੰਚਦੇ ਨੇ, ਇਸੇ ਤਰ੍ਹਾਂ ਜਨਮ ਪੱਤਰੀ ਪ੍ਰਾਪਤ ਕਰਕੇ ਰਾਏ ਭੋਏ ਦੀ ਤਲਵੰਡੀ ਤੋਂ ਵਾਪਸ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਜਾਣ ਦੇ ਲਈ ਦੋਨੋਂ ਸਿੱਖ ਪਿਆਰੇ ਜਿਹੜੇ ਨੇ ਉਹ ਤਿਆਰ ਹੋ ਜਾਂਦੇ ਨੇ ਤੇ ਉਸ ਅਸਥਾਨ ਤੋਂ ਚਾਲੇ ਪਾ ਦਿੰਦੇ ਨੇ। ਦੋਹਰਾ ਲਾਲੂ ਚਲਤਿਓ ਮਿਲਤ ਬੈ, ਪੈਸੇ ਪੰਜ ਨਲੇਦ, ਆਪਣੀ ਦਿਸਤੇ ਭੇਟ ਦੀ, ਬੋਲਿਓ ਮੁਖ ਤੇ ਫੇਰ। ਜਦੋਂ ਉੱਥੇ ਚੱਲਣ ਲੱਗੇ ਨਾ, ਰਾਏ ਭੋਏ ਦੀ ਤਲਵੰਡੀ ਤੋਂ ਜਾਣ ਲਈ ਤਿਆਰ ਹੋ ਗਏ, ਤਾਂ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਨੇ, ਮਹਿਤਾ ਕਲਿਆਣ ਦਾਸ ਜੀ ਦੇ ਭਰਾ ਨੇ ਭਾਈ ਲਾਲੂ ਜੀ, ਤਾਂ ਉਹਨਾਂ ਨੇ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ ਦੇ ਹੱਥ 5 ਪੈਸੇ ਤੇ 1 ਨਾਰੀਅਲ ਦਿੱਤਾ ਕਿ ਜਾ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਮੇਰੇ ਵੱਲੋਂ ਭੇਟਾ ਦੇ ਤੌਰ ਦੇ ਉੱਤੇ ਅਰਪਣ ਕਰ ਦੇਣਾ। ਆਪਣੀ ਦਿਸ ਤੇ ਭੇਟ ਦੀ, ਬੋਲਿਓ ਮੁਖ ਤੇ ਫੇਰ, ਤੇ ਮੂੰਹ ਦੇ ਵਿੱਚੋਂ ਆਪਣੇ ਮੁਖ ਦੇ ਵਿੱਚੋਂ ਬਚਨ ਉਚਾਰੇ ਕਿ ਮੇਰੇ ਵੱਲੋਂ ਇਹ ਭੇਟਾ ਦੇ ਤੌਰ ਦੇ ਉੱਤੇ 5 ਪੈਸੇ ਤੇ 1 ਨਾਰੀਅਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭੇਂਟ ਕਰ ਦੇਣਾ। ਚੌਪਈ ਹਮਰੀ ਦਿਸ ਤੇ ਦੇਹੋ ਸੰਦੇਸ਼ਾ, ਸ੍ਰੀ ਅੰਗਦ ਜਿਸ ਦੋਸ਼ ਨਾ ਲੇਸਾ। ਤੇ ਮੇਰੇ ਵੱਲੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਸੰਦੇਸ਼ ਦੇਣਾ, ਜਿਹੜੇ ਦੋਸ਼ ਤੋਂ ਰਹਿਤ ਨੇ, ਸ੍ਰੀ ਅੰਗਦ ਜਿਸ ਦੋਸ਼ ਨਾ ਲੇਸਾ, ਤੇ ਦੋਸ਼ ਤੋਂ ਰਹਿਤ ਨੇ ਤੇ ਨਿਰਲੇਪ ਨੇ, ਉਹਨਾਂ ਦੇ ਉੱਤੇ ਮਾਇਆ ਪ੍ਰਭਾਵ ਨਹੀਂ ਪਾ ਸਕਦੀ। ਉਹਨਾਂ ਨੂੰ ਮੇਰੇ ਵੱਲੋਂ ਇੱਕ ਸੰਦੇਸ਼ ਦੇਣਾ, ਸ੍ਰੀ ਚੰਦ ਜੇ ਰਿਸ ਕੋ ਥਰੈ, ਸਿਮਾ ਧਰਤ ਜਿਉ ਤਹਿ ਪਰ ਕਰੈ। ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਵੀ ਬਾਬਾ ਸ੍ਰੀ ਚੰਦ ਜੀ ਦੇ ਬਾਬਤ ਵਿਚਾਰ ਸਰਵਣ ਕੀਤੇ ਸਨ ਕਿ ਬਾਬਾ ਸ੍ਰੀ ਚੰਦ ਦੇ ਵਿਚਕਾਰ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵਿਚਕਾਰ ਗੁਰਤਾ ਗੱਦੀ ਦੇ ਸਮੇਂ ਕੁਝ ਕੁ ਇਤਿਹਾਸਕਾਰ ਲਿਖਦੇ ਨੇ ਕਿ ਕੁਝ ਕੁ ਮਤਭੇਦ ਸਨ, ਪਰ ਬਾਅਦ ਦਾ ਜਿਹੜਾ ਅਸੀਂ ਇਤਿਹਾਸ ਸਰਵਣ ਕੀਤਾ ਉਸ ਤੋਂ ਅਸੀਂ ਭਲੀ ਭਾਂਤ ਹੀ ਜਾਣਦੇ ਹਾਂ ਕਿ ਕਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੱਕ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦਾ ਆਪਸ ਦੇ ਵਿੱਚ ਗੁਰੂ ਘਰ ਦੇ ਨਾਲ ਕਿੰਨਾ ਪ੍ਰੇਮ ਪਿਆਰ ਰਿਹਾ। ਇਤਿਹਾਸਕਾਰ ਇਹ ਵੀ ਖੋਜ ਕਰਕੇ ਲਿਖਦੇ ਨੇ ਕਿ ਬਾਬਾ ਸ੍ਰੀ ਚੰਦ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਾ ਹੀ ਪ੍ਰਚਾਰ ਕੀਤਾ ਸੀ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਚਾਰ ਫੇਰੀਆਂ ਆਰੰਭ ਕੀਤੀਆਂ ਸਨ, ਇਸੇ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਵੀ ਉਹਨਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਾ ਹੀ ਪ੍ਰਚਾਰ ਕਰਦੇ ਸਨ। ਤੇ ਹੋਰ ਜਦੋਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਨੇ ਇਸ ਸੰਸਾਰ ਤੋਂ ਅਲਵਿਦਾ ਕਿਹਾ, ਪਾਕ ਸੱਚਖੰਡ ਦੇ ਵਿੱਚ ਜਾ ਵਿਰਾਜੇ, ਤਾਂ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਕਲਮਾਂ ਦੇ ਨਾਲ, ਆਪਣੇ ਕਰਮ ਹੱਥਾਂ ਦੇ ਨਾਲ ਉਹ ਚਿਖਾ ਤਿਆਰ ਕੀਤੀ ਸੀ ਜਿਸ ਉੱਤੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦਾ ਸੰਸਕਾਰ ਕੀਤਾ ਗਿਆ ਸੀ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅੰਤਮ ਅਰਦਾਸ ਬੇਨਤੀ ਕੀਤੀ ਸੀ। ਅਸੀਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਵੀ ਇਤਿਹਾਸ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਆਪ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਮੂਹਰੇ ਆਪਣੇ ਆਪ ਨੂੰ ਨਿਵਾ ਦਿੱਤਾ ਸੀ। ਭਾਵ ਉਹਨਾਂ ਦੇ ਅੱਗੇ ਝੁਕ ਗਏ ਸਨ ਕਿ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਹੀ ਬਾਬਾ ਸ਼੍ਰੀ ਚੰਦ ਜੀ ਤੋਂ ਬਾਅਦ ਉਹਨਾਂ ਦੇ ਜਿਹੜੀ ਪਰੰਪਰਾ ਚੱਲੀ ਸੀ, ਉਦਾਸੀ ਮਤ ਦੀ ਜਿਹੜੀ ਉਹਨਾਂ ਨੇ ਆਰੰਭਤਾ ਕੀਤੀ ਸੀ, ਬਾਬਾ ਗੁਰਦਿੱਤਾ ਜੀ ਹੀ ਉਸ ਦੇ ਵਾਰਿਸ ਬਣੇ ਸਨ। ਇਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ 6ਵੇਂ ਪਾਤਸ਼ਾਹ ਤੱਕ ਇਹ ਸਾਰੇ ਗੁਰੂ ਸਾਹਿਬਾਨਾਂ ਦਾ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਵਿਚਕਾਰ ਆਪਸ ਦੇ ਵਿੱਚ ਬਹੁਤ ਪ੍ਰੇਮ ਪਿਆਰ ਸੀ ਤੇ ਆਪ ਹੀ ਪ੍ਰਚਾਰ ਫੇਰੀਆਂ ਦੇ ਵਿੱਚ ਵੀ ਸਾਥ ਦਿੰਦੇ ਸਨ। ਤੇ ਇੱਥੇ ਭਾਈ ਲਾਲੂ ਜੀ ਉਹਨਾਂ ਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਬਾਲਾ ਜੀ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਮੇਰਾ ਸੰਦੇਸ਼ ਦੇਣਾ, ਸ਼੍ਰੀ ਚੰਦ ਜੀ ਰਿਸਕੋਤਰ ਹੈ ਕਿ ਜੇਕਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਵੱਲੋਂ ਤੁਹਾਨੂੰ ਕੋਈ ਗੁੱਸੇ ਵਾਲੀ ਕੋਈ ਗੱਲ ਕਹੀ ਜਾਵੇ, ਕੋਈ ਬੋਲ ਆਖੇ ਜਾਣ, ਸ਼ਿਮ ਧਰਤ ਜਿਉ ਤਹਿ ਪਰਕਰ ਹੈ ਕਿ ਜਿਸ ਤਰ੍ਹਾਂ ਤੁਸੀਂ ਮੰਨ ਲਓ ਇੱਕ ਸੂਰਜ ਇਸ ਸੰਸਾਰ ਦੇ ਉੱਤੇ ਜਦੋਂ ਚੜ੍ਹਦਾ ਹੈ ਤਾਂ ਪੂਰੀ ਧਰਤੀ ਦੇ ਉੱਤੇ ਇੱਕ ਪਾਸੇ ਦੇ ਉੱਤੇ ਰੋਸ਼ਨੀ ਹੋ ਜਾਂਦੀ। ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਆਪਣੀ ਗਿਆਨ ਦੇ ਨਾਲ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ, ਇਸ ਧਰਤੀ ਦੇ ਉੱਤੇ ਗਿਆਨ ਦੇ ਨਾਲ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਗਿਆਨ ਦੇ ਚਾਨਣ ਦੇ ਨਾਲ ਸਾਰਿਆਂ ਨੂੰ ਚਾਨਣ ਮੁਨਾਰਾ ਬਣਦੇ ਹੋ, ਸਾਰਿਆਂ ਨੂੰ ਰੋਸ਼ਨ ਕਰਦੇ ਹੋ, ਇਸੇ ਤਰ੍ਹਾਂ ਉਹਨਾਂ ਨੂੰ ਮਾਫ ਕਰਦਿਆਂ ਤੇ ਉਹਨਾਂ ਨੂੰ ਸ਼ਿਮਾ ਕਰ ਦੇਣਾ। ਜੇਕਰ ਤੁਹਾਡੇ ਪ੍ਰਤੀ ਉਹ ਕੁਝ ਗੁੱਸੇ ਦੇ ਨਾਲ ਕੋਈ ਵੀ ਬੋਲ ਬੋਲਣ ਤੇ ਤੁਹਾਡੇ, ਮੈਨੂੰ ਪਤਾ ਹੈ ਕਿਉਂਕਿ ਭਾਈ ਲਾਲੂ ਜੀ ਨੇ ਵੀ ਨਾ ਭਾਈ ਬਾਲਾ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸਿਫਤ ਸਲਾਹ ਸੁਣੀ ਸੀ ਕਿ ਉਹ ਜਿਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਸਨ ਉਸੇ ਤਰ੍ਹਾਂ ਦੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹਨ। ਮੰਨ ਲਓ ਸਰੀਰ ਬਦਲਿਆ ਪਰ ਵਿਚਾਰਧਾਰਾ ਤੇ ਜੋਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਗੁਰੂ ਅੰਗਦ ਸਾਹਿਬ ਜੀ ਦੀ ਵਿਚਾਰਧਾਰਾ ਇੱਕ ਹੀ ਹੈ। ਜਿਸ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸੁਭਾਅ ਸੀ ਉਹੀ ਸੁਭਾਅ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਹੈ। ਇਸੇ ਕਰਕੇ ਭਾਈ ਲਾਲੂ ਜੀ ਬੇਨਤੀ ਕਰਦੇ ਨੇ ਕਿ ਉਹਨਾਂ ਦੇ ਅੱਗੇ ਜਾ ਕੇ ਮੇਰਾ ਇੱਕ ਸੰਦੇਸ਼ ਦੇਣਾ, ਮੇਰੀ ਇੱਕ ਬੇਨਤੀ ਕਰਨਾ ਉਹਨਾਂ ਅੱਗੇ ਵੀ ਜੇਕਰ ਬਾਬਾ ਸ਼੍ਰੀ ਚੰਦ ਜੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਦੁੱਖ ਤਕਲੀਫ ਪਹੁੰਚੇ, ਤੁਹਾਨੂੰ ਠੇਸ ਪਹੁੰਚੇ ਤਾਂ ਉਹਨਾਂ ਨੂੰ ਮਾਫ ਕਰ ਦੇਣਾ ਕਿਉਂਕਿ ਤੁਸੀਂ ਬਖਸ਼ਣਹਾਰ ਹੋ। ਬਾਲੇ ਬੋਹਰੋ ਬਚਨੋ ਤਾਰਾ ਸ਼੍ਰੀ ਅੰਗਦ ਨਾਨਕ ਅਵਤਾਰਾ। ਫਿਰ ਭਾਈ ਬਾਲਾ ਜੀ ਨੇ ਦੁਬਾਰਾ ਤੋਂ ਫਿਰ ਬਚਨ ਆਖੇ ਕਿ ਭਾਈ ਲਾਲੂ ਜੀ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਇਹ ਅਵਤਾਰ ਨੇ, ਇਹਨਾਂ ਦੇ ਵਿੱਚ ਕੋਈ ਭੇਦ ਨਹੀਂ, ਵਿਚਾਰਧਾਰਾ ਇੱਕ ਹੀ ਹੈ। ਜਿਸ ਨਿਰਮਲ ਪੰਥ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ, ਜਿਸ ਵਿਚਾਰਧਾਰਾ ਦੀ ਆਰੰਭਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ, ਉਹੀ ਵਿਚਾਰਧਾਰਾ ਦੇ ਪਰਥਾਏ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਪ੍ਰਚਾਰ ਪ੍ਰਸਾਰ ਕਰਦੇ ਨੇ। ਪੰਜ ਦੋਖ ਨੇ ਤਿਨ ਮਹਿ ਪਾਵੇ, ਨਿਕਟ ਤਰਨ ਜਿਉ ਤਿਮਰ ਨ ਆਵੇ। ਕਿ ਮੰਨ ਲਓ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਇਸੇ ਤਰ੍ਹਾਂ ਵਿਕਾਰਾਂ ਤੋਂ ਪਰੇ ਨੇ, ਉਹਨਾਂ ਦੇ ਉੱਤੇ ਵਿਕਾਰ ਇਸ ਤਰ੍ਹਾਂ ਪ੍ਰਭਾਵ ਨਹੀਂ ਪਾ ਸਕਦੇ ਜਿਸ ਤਰ੍ਹਾਂ ਸੂਰਜ ਦੇ ਅੱਗੇ ਹਨੇਰਾ ਨਹੀਂ ਟਿਕਦਾ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ, ਉਹਨਾਂ ਦੇ ਜੀਵਨ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਵਿਕਾਰ ਨਹੀਂ, ਉਹ ਗਿਆਨ ਦਾ ਚਾਨਣ ਮੁਨਾਰਾ ਨੇ। ਸਗੋਂ ਉਹਨਾਂ ਦੇ ਨਾਲ ਛੋ ਕੇ, ਉਹਨਾਂ ਦੀ ਸ਼ਰਨ ਦੇ ਵਿੱਚ ਆ ਕੇ, ਉਹਨਾਂ ਦੀ ਸੰਗਤ ਕਰਨ ਵਾਲੇ ਮਨੁੱਖ, ਸੰਗਤ ਕਰਨ ਵਾਲੇ ਪਿਆਰੇ ਸਿੱਖ ਅਗਿਆਨਤਾ ਦੇ ਹਨੇਰੇ ਚੋਂ ਨਿਕਲ ਜਾਂਦੇ ਨੇ। ਸਮਦਮ ਸੋ ਤਨ ਗਿਆਨ ਸੁਹਾਵੇ, ਆਤਮ ਭਗਤ ਜਗਤ ਵਿਦਤਾਵੇ। ਭਾਵ ਉਹਨਾਂ ਨੇ ਆਪਣੇ ਮਨ ਦੇ ਉੱਤੇ ਵੀ ਕਾਬੂ ਪਾਇਆ ਹੈ, ਉਹਨਾਂ ਨੇ ਆਪਣੇ ਤਨ ਦੇ ਉੱਤੇ ਵੀ ਕਾਬੂ ਪਾਇਆ ਹੈ। ਭਾਵ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਉਹਨਾਂ ਦੇ ਕਾਬੂ ਵਿੱਚ ਨੇ। ਪਤਰੀ ਲਹਿ ਚਲੇ ਤਤਕਾਲਾ, ਜਿਹ ਖਟੂਰ ਮਹਿ ਗੁਰੂ ਕਿਰਪਾਲਾ। ਫਿਰ ਉੱਥੋਂ ਪੱਤਰੀ ਲੈ ਕੇ ਖਡੂਰ ਸਾਹਿਬ ਦੀ ਧਰਤੀ ਵੱਲ ਨੂੰ ਚਾਲੇ ਪਾ ਦਿੰਦੇ ਨੇ, ਜਿਸ ਅਸਥਾਨ ਦੇ ਉੱਤੇ ਕਿਰਪਾਲੂ ਗੁਰੂ ਭਾਵ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤਖਤ ਦੇ ਉੱਤੇ ਵਿਰਾਜਮਾਨ ਨੇ। ਦੋਹਰਾ ਵੈਸੇ ਅੰਗਦ ਰਾਜਹੀ, ਬੰਦੇ ਪਦ ਅਰਵਿੰਦ, ਹਿਰਦੇ ਪ੍ਰਸਿੱਧ ਸਤਿਗੁਰੂ, ਕਹਿ ਰਹਿ ਚਿੱਤ ਗੋਬਿੰਦ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪਣੇ ਆਸਣ ਦੇ ਉੱਤੇ ਵਿਰਾਜਮਾਨ ਨੇ, ਦੀਵਾਨ ਸਜੇ ਹੋਏ ਨੇ। ਜਦੋਂ ਭਾਈ ਬਾਲਾ ਜੀ ਪਹੁੰਚਦੇ ਨੇ ਨਾ ਤਾਂ ਦੇਖਦੇ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤਖਤ ਤੇ ਵਿਰਾਜਮਾਨ ਨੇ, ਸੰਗਤਾਂ ਹਾਜ਼ਰੀ ਭਰ ਰਹੀਆਂ, ਦੀਵਾਨ ਸਜੇ ਹੋਏ ਨੇ।
ਰਿਦੇ ਪ੍ਰਸਿੱਧ ਸਤਿਗੁਰੂ ਕਹਿ ਰਹਿ ਚਿਤ ਗੋਬਿੰਦ। ਜਦੋਂ ਉਹਨਾਂ ਨੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਤਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਹਿਰਦਾ ਸੀ ਬਹੁਤ ਪ੍ਰਸੰਨ ਹੋ ਗਏ ਹਿਰਦੇ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਸ ਕਾਰਜ ਦੇ ਲਈ ਮੈਂ ਇਹਨਾਂ ਨੂੰ ਭੇਜਿਆ ਉਹ ਕਾਰਜ ਸੰਪੂਰਨ ਹੋ ਗਿਆ। ਤੇ ਨਾਲ ਹੀ ਉਹਨਾਂ ਨੂੰ ਦਾਤ ਬਖਸ਼ਿਸ਼ ਕੀਤੀ, ਉਹਨਾਂ ਨੂੰ ਵਰਦਾਨ ਦਿੱਤਾ, ਉਹਨਾਂ ਨੂੰ ਬਖਸ਼ਿਸ਼ ਕੀਤੀ ਕਿ ਤੁਹਾਡੇ ਹਿਰਦੇ ਦੇ ਵਿੱਚ, ਤੁਹਾਡੇ ਹਿਰਦੇ ਦੇ ਵਿੱਚ ਰਿਤ ਚਿੱਤ ਗੋਬਿੰਦ, ਤੁਹਾਡੇ ਹਿਰਦੇ ਦੇ ਵਿੱਚ ਹਮੇਸ਼ਾ ਹੀ ਉਹ ਗੋਬਿੰਦ ਵਸਿਆ ਰਵੇ। ਉਹ ਕਾਲ ਪ੍ਰਭੂ ਪ੍ਰਮਾਤਮਾ ਹਮੇਸ਼ਾ ਹੀ ਤੁਹਾਡੇ ਹਿਰਦੇ ਦੇ ਵਿੱਚ ਉਸ ਦਾ ਵਾਸਾ ਰਵੇ। ਚੌਪਈ ਖੁਸ਼ੀ ਬਹੁਤ ਬਾਲੇ ਪਰਕੀਨੀ, ਪੁਨ ਪਤਰੀ ਆਪਣੇ ਕਰ ਲੀਨੀ, ਸਾਦਰ ਸੋ ਨਿਜ ਸੀਸ ਚੜਾਈ, ਪਾਉ ਬਹੁਤ ਕਰ ਉਰ ਮਹਿਲਾਈ। ਗੁਰੂ ਸਾਹਿਬ ਜੀ ਨੇ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ ਦੇ ਪ੍ਰਤੀ ਬਹੁਤ ਬੜੀ ਪ੍ਰੀਤ ਨਿਭਾਈ, ਬਹੁਤ ਪ੍ਰਸੰਨ ਹੋਏ ਕਿ ਇਹਨਾਂ ਨੇ ਇਹ ਕਾਰਜ ਸੰਪੂਰਨ ਕੀਤਾ ਹੈ। ਜਦੋਂ ਉਹ ਪੱਤਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਵਿੱਚ ਫੜੀ, ਪੁਨ ਪੱਤਰੀ ਆਪਣੇ ਕਰ ਲੀਨੀ, ਕਰ ਦਾ ਭਾਵ ਹੁੰਦਾ ਹੱਥ, ਭਾਵ ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਉਹ ਜਨਮ ਪੱਤਰੀ ਆਪਣੇ ਹੱਥਾਂ ਦੇ ਵਿੱਚ ਫੜੀ, ਸਾਦਰ ਸੋ ਨਿਜ ਸੀਸ ਚੜਾਈ, ਸਾਦਰ ਭਾਵ ਅਦਬ ਅਤੇ ਸਤਿਕਾਰ ਦੇ ਨਾਲ ਉਹਨਾਂ ਨੇ ਆਪਣੇ ਮੱਥੇ ਦੇ ਨਾਲ ਉਸ ਜਨਮ ਪੱਤਰੀ ਨੂੰ ਲਾਇਆ। ਭਾਉ ਕੋ ਬਹੁਤ ਕਰ ਉਰਮੈ ਲਈ, ਫਿਰ ਬਹੁਤ ਹੀ ਪ੍ਰੇਮ ਤੇ ਪਿਆਰ ਦੇ ਨਾਲ ਮੱਥੇ ਤੋਂ ਲਾਉਣ ਤੋਂ ਬਾਅਦ ਉਹਨਾਂ ਨੇ ਆਪਣੇ ਕਲਾਵੇ ਦੇ ਨਾਲ ਲਾਇਆ। ਅਸੀਂ ਇੱਥੇ ਤੱਕ ਦਾ ਇਤਿਹਾਸ ਸਰਵਣ ਕੀਤਾ ਕਿ ਕਿਸ ਤਰ੍ਹਾਂ ਖਡੂਰ ਸਾਹਿਬ ਦੀ ਧਰਤੀ ਤੱਕ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ ਪਹੁੰਚਦੇ ਨੇ, ਤੇ ਕਿਸ ਤਰ੍ਹਾਂ ਭਾਈ ਲਾਲੂ ਜੀ ਦਾ ਜਿਹੜਾ ਸੰਦੇਸ਼ ਹੈ ਉਹ ਗੁਰੂ ਸਾਹਿਬ ਜੀ ਨੂੰ ਦੱਸਦੇ ਨੇ, ਕਿਸ ਤਰ੍ਹਾਂ ਉਹਨਾਂ ਨੂੰ ਭੇਟਾਂ ਕੀਤੀਆਂ ਹੋਈਆਂ ਜਿਹੜੀਆਂ ਵਸਤੂਆਂ ਨੇ ਉਹ ਗੁਰੂ ਸਾਹਿਬ ਜੀ ਦੇ ਸ਼ਰਨ ਦੇ ਵਿੱਚ ਭੇਂਟ ਕਰਦੇ ਨੇ। ਅਗਲੇਰਾ ਜੋ ਇਤਿਹਾਸ ਹੈ ਉਹ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਇਸ ਜਨਮ ਪੱਤਰੀ ਦੇ ਵਿੱਚ ਜੋ ਕਥਾ ਸਾਰਤਾ ਸੀ, ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਬਾਬਤ ਸੀ, ਉਹ ਅਸੀਂ ਰਹਿੰਦਾ ਇਤਿਹਾਸ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾ ਕਰਦਿਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।